ਗ੍ਰੰਥੀਆਂ ਦੇ ਨਾਂ ਦੇ ਉੱਤੇ ਸੰਤ ਪੌਲਸ ਦੀ ਦੂਸਰੀ ਪੱਤਰੀ ਦਾ ਚੌਥਾ ਬਾਬ ਉਹਦੀ 16 ਤੋਂ ਲੈ ਕੇ 18 ਤੱਕ ਅਸੀਂ ਪੋਤਰ ਬਾਈਬਲ ਵਿੱਚ ਪੜਾਂਗੇ। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਲ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਸਿਰ ਭਰਦਾ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿਸਣ ਵਾਲੀਆਂ ਵਸਤਾਂ ਤਾਂ ਨਹੀਂ, ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ। ਕਿਉਂ ਜੋ ਦਿਸਣ ਵਾਲੀਆਂ ਵਸਤਾਂ ਅਨੇਕ ਹਨ, ਪਰ ਅਣਡਿੱਠ ਵਸਤਾਂ ਨਿਤ ਹਨ। ਖੁਦਾਵੰਦ ਦੀ ਬਰਕਤ ਪੂਰੇ ਪੜੇਗੀ ਵਚਨ ਦੇ ਹੋਏ ਦੁਆ ਕਰੀਏ। ਪਿਆਰੇ ਮਿਹਰਬਾਨ ਪਿਤਾ, ਜ਼ਮੀਨ ਤੇ ਅਸਮਾਨ ਦੇ ਮਾਲਕ, ਹਫ਼ਤੇ ਦੇ ਪਹਿਲੇ ਦਿਨ ਵਾਸਤੇ ਤੇਰਾ ਧੰਨਵਾਦ, ਤੇਰਾ ਸ਼ੁਕਰ ਹੋ ਪਿਆਰੇ ਪ੍ਰਭੂ। ਖੁਦਾਵੰਦ ਖੁਦਾ ਤੋਂ ਸਾਨੂੰ ਫਿਰ ਆਪਣੀ ਹਜ਼ੂਰੀ ਵਿੱਚ ਲੈ ਕੇ ਆਉਂਦਾ, ਇਸ ਵਾਸਤੇ ਵੀ ਤੇਰਾ ਸ਼ੁਕਰ ਹੋਵੇ। ਪਿਆਰੇ ਮਿਹਰਬਾਨ ਪਿਤਾ, ਜ਼ਮੀਨ ਤੇ ਅਸਮਾਨ ਦੇ ਮਾਲਕ, ਬੇਸ਼ੱਕ ਸਮੇਂ ਦੇ ਹਾਲਾਤ ਕਿਸ ਤਰ੍ਹਾਂ ਚੱਲਣ ਡੇ ਨੇ, ਪਰ ਫਿਰ ਵੀ ਤੇਰੀਆਂ ਬੱਚੀਆਂ, ਤੇਰੇ ਬੱਚੇ ਤੈਨੂੰ ਪਿਆਰ ਕਰਦੇ ਨੇ। ਸਬੂਤ ਦੇ ਰਹੇ ਨੇ ਕਿ ਅਸੀਂ ਤੈਨੂੰ ਪਿਆਰ ਕਰਦੀਆਂ, ਤੈਨੂੰ ਪਿਆਰ ਕਰਦੇ ਹਾਂ। ਪਿਆਰੇ ਮਿਹਰਬਾਨ ਪਿਤਾ, ਜ਼ਮੀਨ ਤੇ ਅਸਮਾਨ ਦੇ ਮਾਲਕ, ਪਿਆਰੇ ਪ੍ਰਭੂ ਪਰਮੇਸ਼ਰ, ਸੁਬਾਹ ਦੀ ਸੰਗਤ ਵਿੱਚ ਤੂੰ ਸਾਡੀ ਗੀਤਾਂ ਭਜਨਾਂ ਵਿੱਚ ਸਾਡੀ ਮਦਦ ਸਹਾਇਤਾ ਕੀਤੀ ਹੈ। ਧੰਨਵਾਦ ਦੀਆਂ ਭੇਟਾਂ ਵਿੱਚ, ਬੇਨਤੀਆਂ ਪ੍ਰਾਰਥਨਾ ਵਿੱਚ ਪਿਆਰੇ ਪ੍ਰਭੂ, ਹੁਣ ਅਸੀਂ ਤੇਰੇ ਜਿਉਂਦੇ ਵਚਨ ਦੇ ਵੱਲ ਜਾ ਰਹੇ ਹਾਂ ਪਿਆਰੇ ਪ੍ਰਭੂ ਜੀ, ਜੋ ਸੱਚਮੁੱਚ ਪਿਆਰੇ ਪ੍ਰਭੂ ਯਿਸੂ ਮਸੀਹ ਤੇਰੀਆਂ ਬੱਚੀਆਂ, ਤੇਰੇ ਬੱਚਿਆਂ ਦੀ ਆਤਮਕ ਇਹ ਖੁਰਾਕ ਵਾ, ਆਤਮਕ ਭੋਜਨ ਹੋਣ, ਜੋ ਪਿਆਰੇ ਪ੍ਰਭੂ ਯਿਸੂ ਮਸੀਹ, ਜਿਸ ਤਰ੍ਹਾਂ ਪਿਆਰੇ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਤੇਰੇ ਵਚਨ ਵਿੱਚ ਜ਼ਿਕਰ ਕੀਤਾ ਗਿਆ ਕਿ ਇਨਸਾਨ ਨਿਰੀ ਰੋਟੀ ਨਾਲ ਨਹੀਂ ਜਿਉਂਦਾ, ਸਗੋਂ ਜਿਹੜਾ ਉਹਦੇ ਮੁੱਖ ਦੇ ਵਿੱਚੋਂ ਵਚਨ ਨਿਕਲਿਆ ਉਹਦੇ ਨਾਲ ਜਿਉਂਦਾ ਵਾ। ਪਿਆਰੇ ਪ੍ਰਭੂ ਸੱਚਮੁੱਚ ਸਾਡੀ ਜ਼ਿੰਦਗੀ ਤੇਰੇ ਜਿਉਂਦੇ ਵਚਨ ਦੇ ਵਿੱਚ ਵਾ। ਤੂੰ ਸਾਨੂੰ ਕਿਰਪਾ ਦੇ ਤਾਂ ਜੋ ਅਸੀਂ ਸੱਚਮੁੱਚ ਅਸੀਂ ਤੇਰਾ ਜਿਉਂਦਾ ਵਚਨ ਪਿਆਰੇ ਪ੍ਰਭੂ ਜੀ ਅਸੀਂ ਇਸੇ ਤਰ੍ਹਾਂ ਖਾਂਦੇ ਰਹੀਏ। ਪਿਆਰੇ ਪ੍ਰਭੂ ਯਿਸੂ ਮਸੀਹ ਅਸੀਂ ਜਾਣਦੇ ਪਿਆਰੇ ਪ੍ਰਭੂ ਪਰਮੇਸ਼ਰ, ਤੂੰ ਆਪਣੀਆਂ ਬੱਚੀਆਂ ਤੇ ਆਪਣੇ ਬੱਚੇ ਨੂੰ ਬੜੀ ਬਰਕਤ ਦੇ ਆਸ਼ੀਸ਼ ਹੈ। ਮੈਂ ਆਪਣੇ ਆਪ ਨੂੰ ਤੇਰੇ ਗੋਚਰਾ ਕਰਨਾ, ਕੰਮਾਂ ਵਾਂ ਕਮਜ਼ੋਰ ਹਾਂ, ਤੂੰ ਮੁਝੇ ਨਿਕੰਮੇ ਉੱਤੇ ਜਾ ਕਿਰਪਾ ਕਰ। ਆਖਰੀ ਸਮੇਂ ਦੇ ਸੰਦੇਸ਼ ਦੇ ਲੋਕਾਂ ਨੂੰ ਬਹੁਤ ਬਰਕਤ ਦੇ, ਸਭ ਭੈਣਾਂ ਭਰਾਵਾਂ ਨੂੰ ਬਹੁਤ ਬਰਕਤ ਦੇ ਆਸ਼ੀਸ਼ ਦੇ। ਦੁਆ ਵਿੱਚ ਯਿਸੂ ਦੇ ਨਾਮ ਨਾਲ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਭ ਮਿਹਰਬਾਨੀ ਕਰਕੇ ਬੈਠ ਗਏ। ਉਹਦੇ ਨਾਲ ਦੀ ਵਡਿਆਈ ਹੋਵੇ ਕਿ ਜਿਸ ਪਰਮੇਸ਼ਰ ਨੇ ਸਾਨੂੰ ਅੱਜ ਆਪਣੀ ਹਜ਼ੂਰੀ ਵਿੱਚ ਆਉਣ ਦੀ ਕਿਰਪਾ ਦਿੱਤੀ ਹੈ ਕਿ ਅਸੀਂ ਉਹਦੀ ਹਜ਼ੂਰੀ ਵਿੱਚ ਆਣ ਕੇ ਆਪਣੀ ਮੁਕਤੀ ਦਾ ਤੇ ਯਿਸੂ ਮਸੀਹ ਦੀਆਂ ਕੀਤੀਆਂ ਮਿਹਰਬਾਨੀਆਂ ਨੂੰ, ਉਹਦੀਆਂ ਕੀਤੀਆਂ ਭਲਾਈਆਂ ਨੂੰ ਅਸੀਂ ਚੇਤੇ ਕਰ ਸਕੀਏ। ਤੁਸੀਂ ਪਿਛਲੇ ਹਫ਼ਤੇ ਵੀ ਇਸ ਸੰਦੇਸ਼ ਦੇ ਵੱਲ ਥੋੜ੍ਹਾ ਧਿਆਨ ਦਿੱਤਾ ਸੀ। ਪਰਮੇਸ਼ਰ ਦਾ ਬੰਦਾ ਸੰਤ ਪੌਲਸ ਕਰੰਥਸ ਦੀ ਕਲੀਸਿਆ ਨੂੰ ਕੁਛ ਦਲੇਰ ਕਰ ਰਿਹਾ ਵਾ ਕਿ ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ, ਸਾਡੀ ਬਾਹਰਲੀ ਇਨਸਾਨੀਅਤ, ਸਾਡਾ ਸਰੀਰ ਜਿਹੜਾ ਵਾ ਨਾਸ ਹੁੰਦਾ ਜਾਂਦਾ ਹੈ, ਪਰ ਸਾਡੀ ਅੰਦਰ ਦੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਬਾਹਰ ਦੀ ਜਿਹੜੀ ਆ ਉਹ ਨਾਸ ਹੁੰਦੀ ਜਾਂਦੀ ਆ, ਪਰ ਅੰਦਰ ਦੀ
इंसानियत जी है वो दिनों दिन नवी होती जाती है। जब असी परमेश्वर के वचन चो ये दूसरा करंथियां उहदे 11 बाब में पढ़ने कि इत्थे जिक्र किया परमेश्वर का बंदा संत पौलुस बयान करता वा कि बाहर की इंसानियत के बारे कि जब दूसरा करंथियां 11 बाब की 23 पढ़ने तो इत्थे लिखा है कि वो मसीह के सेवक हैं। मैं बेसुध वांगू बोलता हाँ, मैं वधीक हाँ। मैं बेसुध वांगू बोलता हाँ, मैं वधीक हाँ। अर्थात मेहनतां विच वधीक, कैदां विच वधीक, मार खाण विच हथों बाहर, मौत विच बहुत वारी, मैं 5 वारी झूठियां दे हथों एक घट कोरड़े खाधे, 3 वारी बैरतां दी मार खाधी, एक बार बेड़े दे गरकन, एक बारी बेड़े दे गरकन तो दुख चलिया, एक रात दिन समुद्र विच कटिया, बहुत वारी पैंडिया विच, दरियावां दीयां भौंसलां विच, डाकुआं दीयां भौंसलां विच, अपनी कौम दीयां भौंसलां विच, अपनियां कौमां दे वल्लों भांसलां विच, नगर दीयां भांसलां विच, उजाड़ दीयां भांसलां विच, समुद्र दीयां भांसलां विच, खोटे भरावां दीयां भांसलां विच, मेहनत प्रोयां विच, कई बारी उनिंदरियां विच, भुख अते त्रेह विच, ते कई बारी फाकियां विच, पाले अते नंगे विच रहण विच पिया हां। अते होर गल्लां तो बाद सारी कलीसियावां दी चिंता मैनूं रोज़ आण के दबाउंदी है। जो मैं तुहानूं कहना चाहुंदा, दसना चाहुंदा, कहंदा कि साडी बाहर दी इंसानियत जिहड़ी है वो कहंदा कि वो किस तरह नाश होण डई आ, पर जिहड़ी साडी अंदर दी इंसानियत जिहड़ी आ वो दिन दिन नवीं हुंदी चली जाती है। दिन दिन नवीं हुंदी चली जाती है। बाहर की इंसानियत, बाहर का ढांचा, बाहर का शरीर ये डाउन होंदा जाण दिया वा, पर अंदर की इंसानियत जिहड़ी आ वो दिन दिन वधदी चली जाती है। क्योंकि जब असी इस तरह दूसरा करंथियां पूरे 5 बाब में पढ़ने उत्थे लिखा कि असीं जाणदे हां कि साडा तंबू जिहा घर जिहड़ा धरती ते ढह पवे तां परमेश्वर तो सानूं एक घर मिलेगा जो बिना हथ लाया अटल अते सुरगित बनया रहिंदा। बल्कि आड़ा बाहर का ढांचा साडे बाहर की बाड़ी शरीर ये दिन दिन बल्कि कमजोर होंदा चले जाण दिया, पर जिहड़ा साडा अंदर का जिहड़ा ढांचा वा, अंदर का हिस्सा जिहड़ा वा, अंदर की बाड़ी जिहड़ी आ वो दिन नवीं होंदी चली जाती है। तो परमेश्वर का बंदा संत पौलुस भी किस कदर इस गल उत्ते जोर दे रहा वा कि असीं किस कदर जे साडी बाहर की इंसानियत जिहड़ी नाश होंदी जाती है, पर जिहड़ी अंदर की इंसानियत वो दिनों दिन नवीं हुंदी चली जाती है। परमेश्वर का बंदा संत पौलुस कह रहा कहंदा क्यों जो साडा हौला जिहा एक कष्ट का सिर भरता है, सिर भरता ही है, भारी सगों अत भारी अते सदीपक वड्याई नूं साडे लई तैयार करता है। जिहड़ा धरती ते साडे शरीर का कष्ट वा ये सिर भरता बहुत मतलब वड्डा नहीं गा। वो तो बाइबल ने कहा कि सिर भरता एवं थोड़ा जिहा मामूली जिहा कष्ट वा, पर जी अगला जिहड़ा मतलब जिहड़ा साडा हालात दिन दिन साडा प्रभु सानूं दिन दिन ਵਧਾਈ चले जाण दिया वा। तो इन्हां सबना गल्लां वास्ते
ਅਸੀਂ ਆਪਣੇ ਪਰਮੇਸ਼ਰ ਦੇ ਨਾਂ ਦੀ ਮਹਿਮਾ ਕਰਨੇ ਆ, ਵਡਿਆਈ ਕਰਨੇ ਆ। ਪਰ ਜ਼ਿਕਰ ਕੀਤਾ ਗਿਆ ਕਿ ਜਦੋਂ ਅਸੀਂ ਇਸ ਮਤਲਬ ਕਸ਼ਟ ਦੇ ਵਿੱਚੋਂ ਦੀ ਗੁਜ਼ਰੇ ਹਾਂ ਤੇ ਸਾਡਾ ਪਰਮੇਸ਼ਰ ਕਿਸ ਕਦਰ ਉਹ ਸਾਡੀ ਮਦਦ ਕਰਦਾ ਵਾ, ਸਾਡੀ ਸਹਾਇਤਾ ਕਰਦਾ ਵਾ, ਉਹ ਸਾਡੀ ਦੇਖਭਾਲ ਕਰਦਾ ਵਾ। ਤਾਂ ਅਸੀਂ ਦਿਨ ਦਿਨ ਆਪਣੇ ਪ੍ਰਭੂ ਦੇ ਵਿੱਚ ਦਿਨ ਦਿਨ ਵੱਧਦੇ ਚਲੇ ਜਾਂਦੇ ਹਾਂ। ਅਸੀਂ ਹੋਰ ਦੇ ਹੋਰ ਹੁੰਦੇ ਚਲੇ ਜਾਂਦੇ ਹਾਂ, ਕਿਉਂਕਿ ਸਾਡੇ ਪਰਮੇਸ਼ਰ ਨੇ ਸਾਨੂੰ ਬਲਕਿ ਇੱਕ ਹੋਰ ਨਵਾਂ ਬਲ, ਇੱਕ ਨਵਾਂ ਜ਼ੋਰ, ਇੱਕ ਨਵੀਂ ਸ਼ਕਤੀ, ਸਰੀਰ ਦੀ ਸ਼ਕਤੀ ਨਹੀਂ, ਆਤਮਿਕ ਸ਼ਕਤੀ ਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਕਿ ਆਤਮਿਕ ਸ਼ਕਤੀ ਵਿੱਚ ਸਾਡਾ ਪ੍ਰਭੂ ਸਾਨੂੰ ਦੇਖਭਾਲ ਕਰਦਾ ਵਾ। ਕਿਉਂਕਿ ਜਿਹੜੇ ਜਗਤ ਦੇ ਲੋਕ ਨੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਵਾ ਕਿ ਜਿਹੜੇ ਧਰਤੀ ਦੇ ਲੋਕ ਨੇ ਉਹ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਚਿੱਤ ਲਾਉਂਦੇ ਨੇ, ਮਤਲਬ ਉਹ ਵੇਖਣ ਵਾਲੀਆਂ ਚੀਜ਼ਾਂ ਦੇ ਉੱਤੇ ਮਤਲਬ ਧਿਆਨ ਦਿੰਦੇ ਨੇ। ਪਰ ਪਰਮੇਸ਼ਰ ਦੇ ਬੱਚੇ ਉਹ ਅਣਦੇਖ ਚੀਜ਼ਾਂ ਦੇ ਉੱਤੇ ਜਿਹੜੀਆਂ ਵੇਖੀਆਂ ਨਹੀਂ ਗਈਆਂ, ਜਿਹੜੀਆਂ ਵੇਖੀਆਂ ਨਹੀਂ ਗਈਆਂ, ਉਹ ਉਧਰ ਧਿਆਨ ਦਿੰਦੇ ਨੇ। ਅਣਦੇਖ ਵਸਤਾਂ ਦੇ ਉੱਤੇ ਧਰਤੀ ਦੇ ਲੋਕ ਜਿਹੜੀਆਂ ਧਰਤੀ ਦੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਚਿੱਤ ਲਾ ਰਹੇ ਨੇ। ਪਰ ਜਿਹੜੀਆਂ ਪ੍ਰਭੂ ਦੀਆਂ ਬੱਚੀਆਂ ਨੇ, ਜਿਹੜੇ ਪ੍ਰਭੂ ਦੇ ਬੱਚੇ ਨੇ, ਉਹ ਉਹਨਾਂ ਚੀਜ਼ਾਂ ਦੇ ਉੱਤੇ ਚਿੱਤ ਲਾਉਂਦੇ ਨੇ ਜਿਹੜੀਆਂ ਵੇਖੀਆਂ ਨਹੀਂ ਗਈਆਂ। ਮਤਲਬ ਅਸੀਂ ਧਰਤੀ ਉੱਤੇ ਅਸੀਂ ਇਹ ਸਭ ਕੁਝ ਜੋ ਵੇਖ ਰਹੇ ਹਾਂ ਇਹਦੇ ਉੱਤੇ ਲੋਕੀ ਮਤਲਬ ਚਿੱਤ ਲਾ ਰਹੇ ਨੇ। ਪਰ ਜਿਹੜੀਆਂ ਪ੍ਰਭੂ ਦੀਆਂ ਬੱਚੀਆਂ ਨੇ, ਪ੍ਰਭੂ ਦੇ ਬੱਚੇ ਨੇ, ਉਹ ਉਹਨਾਂ ਉੱਤੇ ਚਿੱਤ ਲਾ ਰਹੇ ਨੇ ਜਿਹੜੀਆਂ ਵੇਖੀਆਂ ਨਹੀਂ ਗਈਆਂ, ਜਿਹੜੀਆਂ ਵੇਖੀਆਂ ਨਹੀਂ ਗਈਆਂ। ਬਸ ਅਸੀਂ ਵਿਸ਼ਵਾਸ ਦੇ ਰਾਹੀਂ, ਨਿਸ਼ਚੈ ਦੇ ਰਾਹੀਂ ਅਸੀਂ ਉਹ ਸਭ ਚੀਜ਼ਾਂ ਜਿਹੜੀਆਂ ਪ੍ਰਾਪਤ ਕਰਨੇ ਆ। ਕਾਹਦੇ ਰਾਹੀਂ? ਵਿਸ਼ਵਾਸ ਦੇ ਰਾਹੀਂ। ਬਾਈਬਲ ਜ਼ਿਕਰ ਨਬੀ ਨੇ ਸਾਡੇ ਦੇ ਜ਼ਿਕਰ ਕੀਤਾ ਗਿਆ ਕਿ ਵਿਸ਼ਵਾਸ ਦੀ ਅੱਖ ਦੇ ਰਾਹੀਂ ਅਸੀਂ ਉਹ ਸਭ ਕੁਝ ਵੇਖਦੇ ਹਾਂ। ਕਿਹੜੀ ਅੱਖ ਰਾਹੀਂ? ਵਿਸ਼ਵਾਸ ਦੀ ਅੱਖ ਦੇ ਰਾਹੀਂ ਵੀ ਅਸੀਂ ਇਹ ਸਭ ਕੁਝ ਵੇਖਦੇ ਹਾਂ। ਕਿਉਂਕਿ ਧਰਤੀ ਦੇ ਲੋਕ ਆਪਣੀਆਂ ਅੱਖਾਂ ਨਾਲ ਵੇਖਦੇ ਨੇ, ਪਰ ਪਰਮੇਸ਼ਰੀਆਂ ਬੱਚੀਆਂ, ਪਰਮੇਸ਼ਰ ਦੇ ਬੱਚੇ ਵਿਸ਼ਵਾਸ ਦੀ ਅੱਖ ਨਾਲ ਮਤਲਬ ਉਹ ਸਭ ਕੁਝ ਵੇਖਦੇ ਨੇ। ਜਿੱਦਾਂ ਅਸੀਂ ਪਿਛਲੇ ਹਫ਼ਤੇ ਵੀ ਇਸ ਗੱਲ ਦੇ ਬਾਰੇ ਦੇਖ ਰਹੇ ਸਾਂ ਕਿ ਵੇਖੋ ਮਤਲਬ ਪਰਮੇਸ਼ਰ ਦਾ ਬੰਦਾ ਨੂੰ ਉਹ ਇੱਕ ਵਿਸ਼ਵਾਸ ਦੀ ਅੱਖ ਨਾਲ ਵੇਖਣ ਡਿਆ ਸੀ ਕਿ ਧਰਤੀ ਉੱਤੇ ਕੀ ਕੁਛ ਵਾਪਰਨ ਵਾਲਾ ਵਾ, ਧਰਤੀ ਉੱਤੇ ਕੀ ਕੁਛ ਵਾਪਰਨ ਵਾਲਾ ਵਾ। ਜਗਤ ਦੇ ਲੋਕ ਉਹ ਆਪਣੇ ਦੁਨਿਆਵੀ ਮਤਲਬ ਅੱਖਾਂ ਨਾਲ ਵੇਖਣ ਦੇ ਸਨ, ਉਹ ਦੁਨਿਆਵੀ ਨੌਲੇਜ ਦੇ ਨਾਲ ਮਤਲਬ ਵੇਖਦੇ ਸਨ, ਆਪਣੇ ਦੁਨਿਆਵੀ ਮਤਲਬ ਸਾਇੰਸ ਦੇ ਰਾਹੀਂ, ਵਿਗਿਆਨਕ ਦੇ ਰਾਹੀਂ ਮਤਲਬ ਸਭ ਕੁਛ ਵੇਖਣ ਦੇ ਸਨ। ਪਰ ਪਰਮੇਸ਼ਰ ਦਾ ਬੰਦਾ ਨੂੰ ਉਹ ਵਿਗਿਆਨਕ ਦੇ ਨਾਲ ਨਹੀਂ, ਸਾਇੰਸ ਦੇ ਰਾਹੀਂ ਨਹੀਂ, ਸਗੋਂ ਵਿਸ਼ਵਾਸ ਦੀ ਅੱਖ ਨਾਲ ਮਤਲਬ ਵੇਖਣ ਡਿਆ ਸੀ ਕਿ ਧਰਤੀ ਦੇ ਉੱਤੇ ਕੀ ਕੁਝ ਹੋਣ ਵਾਲਾ ਵਾ, ਧਰਤੀ ਉੱਤੇ ਕੀ ਕੁਛ ਵਾਪਰਨ ਵਾਲਾ ਵਾ, ਧਰਤੀ ਉੱਤੇ ਕੀ ਕੁਛ ਬੀਤਣ ਵਾਲਾ ਵਾ। ਉਹ ਵਿਸ਼ਵਾਸ ਦੀ ਅੱਖ ਨਾਲ ਉਹ ਸਭ ਕੁਛ ਵੇਖ ਰਿਹਾ ਸੀ। ਇਸੇ ਕਰਕੇ ਉਹਨੇ ਜਗਤ ਦੀ ਬੜੀ ਹੈਰਾਨਗੀ ਦੀ ਗੱਲ ਵਾ ਕਿ ਪਰਮੇਸ਼ਰ ਦਾ ਬੰਦਾ ਨੂੰ ਉਹਦਾ ਕੋਈ ਭੈਣ ਨਹੀਂ, ਕੋਈ ਭਰਾ ਨਹੀਂ ਉਹਦੇ ਨਾਲ ਲੱਗਾ, ਕੋਈ ਰਿਸ਼ਤੇਦਾਰ ਨਹੀਂ ਉਹਦੇ ਨਾਲ ਲੱਗਾ, ਕੋਈ ਅੰਗ ਸਾਥ ਉਹਦੇ ਨਾਲ ਨਹੀਂ ਲੱਗੇ, ਕੋਈ ਆਂਢ ਗੁਆਂਢੀ ਉਹਦੇ ਨਾਲ ਨਹੀਂ ਲੱਗੇ, ਕੋਈ ਪਿੰਡ ਦਾ ਕੋਈ ਮਤਲਬ ਸਹਾਰਾ ਉਹਦੇ ਨਾਲ ਨਹੀਂ ਬਣਿਆ, ਕੋਈ ਨਹੀਂ ਮਤਲਬ ਉਹਦਾ ਸਹਾਰਾ ਬਣਿਆ। ਕਿਉਂਕਿ ਉਹ ਸਾਰੇ ਜਗਤ ਦੇ ਲੋਕ ਉਹ ਦੁਨਿਆਵੀ ਅੱਖ ਨਾਲ ਮਤਲਬ ਵੇਖਣ ਦੇ ਸਨ। ਪਰ ਪਰਮੇਸ਼ਰ ਦਾ ਬੰਦਾ ਨੂੰ ਉਹ ਦੁਨਿਆਵੀ ਅੱਖ ਨਾਲ ਨਹੀਂ, ਉਹ ਆਤਮਿਕ ਅੱਖ ਨਾਲ, ਵਿਸ਼ਵਾਸ ਦੀ ਅੱਖ ਨਾਲ ਉਹ ਸਭ ਕੁਝ ਵੇਖ ਰਿਹਾ ਸੀ ਕਿ ਜੇ ਮੈਂ ਪ੍ਰਭੂ ਦੇ ਨਾਲ ਚੱਲਾਂਗਾ, ਜੇ ਮੈਂ ਪ੍ਰਭੂ ਦੇ ਨਾਲ ਚੱਲਾਂਗਾ, ਮੇਰਾ ਪਰਿਵਾਰ ਚੱਲੇਗਾ ਤੇ ਕੀ ਹੋਏਗਾ, ਕੀ ਹੋਏਗਾ। ਵਿਸ਼ਵਾਸ ਦੀ ਅੱਖ ਨਾਲ ਵੇਖਣ ਡਿਆ ਸੀ। ਉਹਨੂੰ ਪਤਾ ਸੀ ਕਿ ਜੇ ਮੈਂ ਪ੍ਰਭੂ ਦੇ ਨਾਲ ਚੱਲਾਂਗਾ ਤੇ ਜਗਤ ਦੇ ਲੋਕ ਜਿਹੜੇ ਨੇ ਇਹ ਸਭ ਮਤਲਬ ਨਾਸ ਹੋ ਜਾਣ ਵਾਲੇ ਨੇ, ਬਰਬਾਦ ਹੋ ਜਾਣ ਵਾਲੇ ਨੇ। ਪਰ ਜਿਹੜੇ ਪ੍ਰਭੂ ਦੀਆਂ ਬੱਚੀਆਂ ਨੇ, ਪ੍ਰਭੂ ਦੇ ਬੱਚੇ ਨੇ, ਉਹ ਸੱਚਮੁੱਚ ਯਹੋਵਾ ਪਰਮੇਸ਼ਰ ਉਹਨਾਂ ਦੀ ਰਾਖੀ ਕਰਦਾ ਵਾ, ਉਹਨਾਂ ਦੀ ਮਦਦ ਕਰਦਾ ਵਾ। ਉਹਨਾਂ ਨੂੰ ਪਤਾ ਕਿ ਪਿਆਰਾ ਸਾਡਾ ਧਰਤੀ ਤੇ ਜੀਵਨ ਜਿਹੜਾ ਵਾ ਪਵਿੱਤਰ ਬਾਈਬਲ ਨੇ ਕਿਹਾ ਕਿ ਇੱਕ ਭਾਫ ਦੀ ਮਾਨਤਾ, ਇੱਕ ਭਾਫ ਦੀ ਮਾਨਤਾ, ਪਾਣੀ ਦੇ ਬੁਲਬੁਲੇ ਵਰਗਾ ਜੀਵਨ ਆ। ਸਾਡਾ ਧਰਤੀ ਤੇ ਜਿਹੜਾ ਸਾਡਾ ਜੀਵਨ ਆ
ये पानी के बुलबुले वर्गा जीवन आ, ये भाप वर्गा जीवन आ, लिखा के बगदे पानी वर्गा जीवन आ। ये जीवन एक सुपने की मानत वा, एक मुसाफरी है, मतलब थोड़े थोड़े परां दे वास्ते आ। पर याद करो जो मैं तुहानूं दसना या कहना चाहुंदा भी जिहड़ा साढ़े कोल जिहड़ा जीवन आ, जिहड़ा परमेश्वर के वचन के द्वारा मैनूं ते तुहानूं मिल रहा, इस दीपक जीवन आ, ना मुकण वाला जीवन, जिहदे बारे पवित्र बात जिक्र किया गया। जब जो नदे झील 5 बाब की 24-25 पढ़ने उत्थे लिखा कि असीं मौत नूं पार कर लिया। जगत के लोग मौत दे विच ने, पर असीं मौत नूं पार कर लिया, असीं मौत नूं पार कर लिया। मौत साडा कुछ बिगाड़ नहीं। आज इस धरती की मौत आ, शरीरक मौत है, साडे उत्ते किसी भी समय आ सकती है, किसी भी वक्त में आ सकती है। पर जी दूसरी मौत आ, वो मौत साडा कुछ भी नुकसान कर नहीं सकती, कदे भी नहीं। क्योंकि इस मौत नूं साडे प्रभु यीशु मसीह ने भी, उहदे उत्ते भी मौत आई है। ये मौत साडे उत्ते भी आ सकती है, पर फिर भी साडे वास्ते एक बहुत वड्डा दलासा, बड़ी वड्डी दलेरी है कि जिद्दां परमेश्वर ने वचन जिक्र किया गया। जब असीं दूसरा थिस्सलुनीकियां पहला थिस्सलुनीकियां दे 4 बाब नूं पढ़ने आ, ते उत्थे लिखा है कि जिहड़े मसीह यीशु विच मरे ने वो पहलों जी उठणगे, ते असीं इहदी धरती ते जिउंदे ते बाकी रहने आ, यकदम हवा विच बदल के उड़दे हो जावांगे। आ साडे प्रभु ने सानूं ये विश्वास दिता कि असीं ये विश्वास की अख नाल मतलब जी रहे। जगत के लोग कहते हैं, कहते भी अग्गा किने किसी ने वेख्या वा, अगे नूं कौन कोई जानता वा, पर साडा प्रभु जिहड़ा वा वो सानूं अगे के बारे दसदा वा, अगले हिस्से बारे जानता वा, दसदा वा कि जो असीं इस धरती नूं मरती छड्ड के जावांगे ते अगले बन्ने सानूं एक होर जीवन मिलण वाला वा, जिहड़ा जीवन ना मुकण वाला जीवन आ। धरती जिहड़ी दुनिया वा ये मुक जाण वाली है, पर जिहड़ी अगले बन्ने आ वो कदे मुकण वाली नहीं। आ धरती ये नाश हो जाने वाली है, पर नवीं धरती जी वो कदे नाश नहीं होएगी। आकाश नाश हो जाने वाला, आ सूरज चंद्रमा तारे ये सब चीज़ां दिसण वाली, ये सब चीज़ां दिसण वाली चीज़ां ने। पर जिहड़ी गल्लां वचन तो ही कर रहे हैं वो ना दिसण वाली गल्लां ने, पर असीं उन्हां दे उत्ते किद्दां विश्वास करते हैं, वचन की विश्वास की अख दे नाल। असीं उस विश्वास की अख दे नाल असीं जू रहे हैं। तो मैं तुहाडे नाल गल कर वेखो, जद अब्राहम दे बारे असीं मतलब देख रहे हैं कि परमेश्वर का बंदा अब्राहम जदों मतलब परमेश्वर ने उन्होंने कहा वा कि तेरे घर में मतलब बच्चा पैदा होएगा, विश्वास के नहीं सब कुछ चीज़ें प्राप्त कर लिया। वो लक्षण नहीं वेखण दिया कि मैं लक्षणों के उत्ते प्रभावित होवां, कि लक्षणों के उत्ते प्रभावित होवां, पर वो लक्षणों के उत्ते प्रभावित नहीं हो दिया। वो विश्वास की अख ना वेखण दिया वा कि मेरे प्रभु ने मैनूं कहा वा, तो मेरा प्रभु कदे भी झूठ नहीं बोलता। वो कदे झूठ लिखा कि उन्हें 25 साल तक इंतजार किया। 25 साल तक लोग इन्हां चीज़ों मतलब जाके लक्षण वेखते हैं, पर परमेश्वर के बच्चे वो लक्षण नहीं वेखते। परमेश्वर के बच्चे विश्वास में वेखते हैं, विश्वास वाल देखते हैं कि साडे प्रभु ने आ गल कही है, तो जे उन्हें कही है तो उन्हें संपूर्ण सच कही है, उन्हें झूठ नहीं किया, उन्हें संपूर्ण सच किया वा। देखो जो संगतियों आने इस संगति में आने विश्वास के राही आने, विश्वास के राही आने। जिक्र किया जब मैं इस देश में पढ़ता सी, अनडिट जब इस देश में पढ़ने तो उत्थे जिक्र किया परमेश्वर का बंदा भाई ब्रैनम बयान करता, कहता कि दो आदमी कल तो कहता कि चेयर व्हील के उत्ते मतलब आए सी, पर कहता कि अज वो मतलब चेयर व्हील साढ़े को इतना तुरे पेंदे
ਯਾਰ ਵੀ ਪਤਾ ਨਹੀਂ ਕਿੱਥੇ ਪਈਆਂ ਨੇ, ਅੱਜ ਉਹਦੇ ਤੁਰੇ ਫਿਰਦੇ ਨੇ ਵੀ ਜਦੋਂ ਅਸਲੀ ਲੱਤਾਂ ਮਿਲ ਜਾਣ ਫਿਰ ਡੁਪਲੀਕੇਟ ਚੇਅਰ ਵੀਲ ਨੂੰ ਕੀ ਕਰਨਾ, ਜੋ ਸਾਨੂੰ ਅਸਲੀ ਮਿਲ ਜਾਂਦੀਆਂ ਨੇ ਫਿਰ ਅਸੀਂ ਡੁਪਲੀਕੇਟ ਨੂੰ ਕੀ ਕਰਨਾ। ਤੋ ਵੇਖੋ ਇਹ ਅਸਲੀ ਸਾਨੂੰ ਮਤਲਬ ਕਿ ਕਿੱਦਾਂ ਮਿਲਦੇ ਨੇ, ਵਿਸ਼ਵਾਸ ਦੀ ਅੱਖ ਨਾਲ। ਇਹ ਤੇ ਵਿਸ਼ਵਾਸ ਕਰਨਾ ਪੈਂਦਾ ਵਾ। ਜਦੋਂ ਅਸੀਂ ਇਹ ਤੇ ਵਿਸ਼ਵਾਸ ਕਰਦੀਆਂ ਜਾਂ ਤੇ ਵਿਸ਼ਵਾਸ ਕਰਨੇ ਆ ਫਿਰ ਸਾਡਾ ਪ੍ਰਭੂ ਸਾਨੂੰ ਮਤਲਬ ਕਿ ਇਹ ਸਭ ਕੁਝ ਦਿੰਦਾ ਵਾ। ਵੇਖੋ ਜ਼ਿਕਰ ਕੀਤਾ ਜਦੋਂ ਪਰਮੇਸ਼ਰ ਦੇ ਵਚਨ ਵਿੱਚੋਂ ਯਸ਼ਾਇਆ ਨਬੀ ਦੀ ਪੁਸਤਕ ਨੂੰ ਪੜ੍ਹਦੇ ਆ ਤੇ ਉਹਦੇ 'ਚ ਜ਼ਿਕਰ ਕੀਤਾ ਯਸ਼ਾਇਆ ਦੀ ਪੁਸਤਕ ਤੇ ਉਹਦੇ 53 ਬਾਬ ਵਿੱਚ ਯਸ਼ਾਇਆ 53 ਤੇ ਉਹਦੀ 4 ਤੇ 5ਵੀਂ ਆਇਤ 'ਚ ਜ਼ਿਕਰ ਕੀਤਾ ਗਿਆ, ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਨੇ ਅਤੇ ਸਾਡੇ ਦੁੱਖ ਉਠਾਲੇ ਨੇ। ਗਮ ਚੁੱਕ ਲਏ ਨੇ ਤੇ ਦੁੱਖ ਉਠਾਲੇ। ਹੁਣ ਇੱਥੇ ਕੀ ਕਰਨਾ, ਵਿਸ਼ਵਾਸ ਕਰਨਾ ਪੈਣਾ। ਇੱਥੇ ਕੀ ਕਰਨਾ ਪੈਣਾ, ਵਿਸ਼ਵਾਸ ਕਰਨਾ ਪੈਣਾ ਵਾ। ਜ਼ਿਕਰ ਕੀਤਾ ਗਿਆ, ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਲੇ, ਪਰ ਅਸਾਂ ਉਹਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ, ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ ਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ ਅਤੇ ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਹਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਨਰੋਏ ਕੀਤੇ ਗਏ, ਨਰੋਏ ਕੀਤੇ ਜਾਵਾਂਗੇ ਨਹੀਂ, ਕੀਤੇ ਗਏ। यह विश्वास की अख, यह विश्वास की अख जिस विश्वास की अख नाल जाके कई बार संके जो आने कोई साढ़े ते दुख आएगा, कोई कष्ट आती है, कोई पहुंचा विपता आती है साढ़े उत्ते, ते फिर असीं की करने हैं कि असीं वचन दे उत्ते विश्वास करने हैं। वचन ते की करने हैं, विश्वास करने हैं, क्योंकि विश्वास ये सब तो ਵੱਡੀ ਮਲਪੀ ਜਾ ਕੇ ਸਭ ਤੋਂ ਵੱਡੀ ਅੱਖ ਵਾ। ਵਿਸ਼ਵਾਸ ਜਿਹੜਾ ਸਭ ਤੋਂ ਵੱਡੀ ਅੱਖ ਵਾ। ਮਲਪੀ ਜਗਤ ਦੇ ਲੋਕ ਤਾਂ ਗੱਲ ਕਰ ਰਹੇ ਹਨ ਕਿ ਉਹ ਧਰਤੀ ਦੀਆਂ ਮਲਪੀ ਜਾ ਕੇ ਦੁਨਿਆਵੀ ਅੱਖਾਂ ਨਾਲ ਮਲਪੀ ਸਭ ਚੀਜ਼ਾਂ ਵੇਖਦੇ ਨੇ, ਪਰ ਪਰਮੇਸ਼ਰ ਦੀਆਂ ਬੱਚੀਆਂ, ਪਰਮੇਸ਼ਰ ਦੇ ਬੱਚੇ ਉਹ ਧਰਤੀ ਦੀ ਅੱਖ ਦੇ ਨਾਲ ਨਹੀਂ, ਸਗੋਂ ਮਲਪੀ ਉਹ ਵਚਨ ਦੀ ਅੱਖ ਨਾਲ, ਵਿਸ਼ਵਾਸ ਦੀ ਅੱਖ ਨਾਲ ਉਹ ਸਭ ਕੁਝ ਪ੍ਰਾਪਤ ਕਰਦੀਆਂ ਨੇ, ਉਹ ਸਭ ਕੁਝ ਪ੍ਰਾਪਤ ਕਰਦੇ ਨੇ, ਕਿਉਂਕਿ ਉਹਨਾਂ ਦੇ ਕੋਲੋਂ ਮਤਲਬ ਵਿਸ਼ਵਾਸ ਜਿਹੜਾ ਵਾ ਉਹ ਸਭ ਤੋਂ ਮਤਲਬ ਵੱਡਾ ਵਾ। ਜਿਸ ਤਰ੍ਹਾਂ ਅਸੀਂ ਯੋਨ ਰੋਏ ਜਿਹੜਾ ਪਰਮੇਸ਼ਰ ਦੇ ਬੰਦੇ ਭਾਈ ਬ੍ਰੈਂਡ ਦੇ ਕੋਲੋਂ ਮਤਲਬ ਆਇਆ ਸੀ, ਅੱਖਾਂ ਤੋਂ ਮਤਲਬ ਨਿਦਾਨ ਆਉਣਾ ਸੀ, ਬਿਲਕੁਲ ਨਿਦਾਨ ਆਉਣਾ ਸੀ, ਪਰ ਜਦੋਂ ਉਹ ਪਰਮੇਸ਼ਰ ਦੇ ਬੰਦੇ ਭਾਈ ਬ੍ਰੈਂਡ ਦੇ ਕੋਲ ਆਇਆ ਤੇ ਉਹਨੇ ਉਹਦੇ ਵਾਸਤੇ ਦੁਆ ਕੀਤੀ। ਦੁਆ ਕਰਕੇ ਕਹਿੰਦਾ ਜਾ ਹੁਣ ਤੂੰ ਵਿਸ਼ਵਾਸ ਕਰਕੇ ਮੈਂ ਚੰਗਾ ਹੋ ਗਿਆ, ਵਿਸ਼ਵਾਸ ਕਰ ਰਿਹਾ ਕਿ ਮੈਂ ਚੰਗਾ ਹੋ ਗਿਆ। ਪਰ ਚੰਗਾ ਨਹੀਂ ਸੀ ਹੋਇਆ, ਚੰਗਾ ਨਹੀਂ ਸੀ ਹੋਇਆ, ਪਰ ਉਹ ਵਿਸ਼ਵਾਸ ਕਰ ਰਿਹਾ ਸੀ ਕਿ ਪ੍ਰਭੂ ਤੇਰਾ ਧੰਨਵਾਦ, ਤੂੰ ਮੈਨੂੰ ਚੰਗਿਆ ਕਰ ਦਿੱਤਾ। ਫਿਰ ਦੱਸਿਆ ਇੱਕ ਵਾਰੀ, ਫਿਰ ਉਹਨੂੰ ਕਿਸੇ ਨੇ ਡਾਊਨਲੋਡ ਕੀਤਾ कि हाले तू चंगा नहीं होया तो जाकर फिर दुआ करा ला। तो फिर दुआ कराने वास्ते गया, जब फिर दुआ कराने वास्ते गया तो भाई ब्रह्म ने उन्होंने कहा कि तेरे वास्ते दुआ हो चुकी है, तो तू विश्वास कर तू हूँ मैं चंगा हो चुका हूँ, मैं चंगा हो चुका हूँ, विश्वास कर तू। तो फिर मनपी जाके शायद हो सकता कोई मनपी उदा का विश्वासी होंगे बड़ा गुस्सा करता भी दुआ करना कितना चेर लगना ही, कितना मनपी जोर लगना ही, पर उन्हें विश्वास किया कि मेरे सेवक ने मैंने कहा कि तेरे वास्ते दुआ हो चुकी है। तो फिर मनपी वो जाके वापस आ गया। तो कुछ दिनों तो बाद फिर दसा किस कदर एक्स्ट्रा अखबार बेचता सी, अखबार बेच के मनपी वो जाके किसी कटन वाली दुकान के उत्ते शेप करा रहा सी। फिर शेप करा सी, पर अंदर मनपी वो हरकत करन दी कि प्रभु तेरा धन्नवाद होवे
कि तू मैनू चंगिया कर दिता, तू मैनू चंगिया कर दिता, तू मैनू चंगिया कर दिता। तो मतलब जरा कटन मास्टर सी उन्होंने मजाक कर रहा सी, कई तरह की गल्लां कर रहा सी, पर वो मजाक में सब कुछ सह रहा सी, सब कुछ जा रहा सी, क्योंकि उसकी जी आत्मक अख वा विश्वास की अख जी आ उन्होंने दसन डी कि तेरे वास्ते प्रभु ने तेरे लिए काम कर दिता। तो किस कदर देखा जो मतलब कटन मास्टर ने पूरा अद्धा हिस्सा मतलब जाके उस तरह ना साफ किया, अजे अद्धा रहिंदा सी, अद्धा साफ हो चुका सी, 6 फुट अद्धी रहिंदी, जकदम पूरी अखां विच रोशनी आई ते उन्हें प्रभु के नाम की महिमा की ते वो मतलब जाके कटन मास्टर दी जो कुछ कपड़े कुपड़े सब कुछ लैके दौड़ पिया रौला पाउण लग पिया कि तू मैनू अगे पुछन दिया, मैनू पुछ लिया कि मेरे कपड़े किदां दे ने, तू पुछन दिया पिया किन्नियां उंगलियां ने, कहता हुण तू जो कुछ मैनू पुछना पुछ, क्योंकि मेरे प्रभु ने मेरी अखां खोल दित्तियां ने। हालेलुया। विश्वास की अख, किहड़ी अख? विश्वास की अख। तो जो साढ़े अंदर ये विश्वास की अख होंदी है, फिर असी धरती ते दिसण वाली चीज़ां नहीं सगों अणडिठ जिहड़ियां असां नहीं देखियां असी विश्वास दे राहीं वो सब कुछ प्राप्त करने कुछ जिक्र किया गया परमेश्वर के वचन च जदों असी मत्ती रसूल के जीवन ने 15 बाब में पढ़ने तो उत्थे एक औरत जिहड़ी जिहदी बेटी कनानन तीवी जिहदी बेटी बुरुआं की शिकार सी, बड़े मंदरे हालातों में सी, वो किदां रौला पाउण दी है, उहदे अंदर एक विश्वास की अख सी, विश्वास की अख सी कि मैं इस जगह तो चंगाई प्राप्त करके जाना वा। बेशक चेलियां ने मना किया, यसू मसीह ने को गल्लां उन्होंने रखाइयां, ये तो रोटी जी मुर्गी पालकों की आ, एक तूरे पाने योग नहीं गई। अंदर एक विश्वास की अख सी, विश्वास की अख सी जी काम कर रही थी, जी उन्होंने खलोण नहीं सी दे रही, विश्वास की अख दे राही। तो वो मतलब बेशक उन्होंने सज्जे खब्बे किदा टोड़े बचन डे सन, पर जरा भी इस गल की परवाह नहीं सी कर रही, उन्होंने पता सी कि मेरा मेरा रचनहारा मेरा बचाने वाला मेरी जरूर मदद करेगा। उन्होंने कहा कि जा तेरी धी चंगी हो चुकी है, चंगी हो चुकी है, कोई दुआ नहीं की, कुछ नहीं किया, बस विश्वास की अख के द्वारा उन्हें अपनी बेटी की चंगाई जी है वो प्राप्त कर ली है। मेरे दसना तो कहने का मतलब प्यारियो भैनों प्यारे भाईओ बच्चिओ बच्चो तुहानूं इस गल के उत्ते आ कि जो साढ़े अंदर ये विश्वास की अख होती है तो फिर विश्वास राही असी सब चीज़ां प्राप्त कर लें। साढ़े जंदे नबी ने मतलब क्या कहना कि ये जो अं गलातियां 5 बाब की 22 पढ़ने तो उत्थे लिखा है कि आत्मा के फल, आत्मा के नबी ने क्या कहना ये तुहाडे शस्त्र ने, शस्त्र ये तुहाडे हथियार ने, ये तुहाडे की ने, ये आ तुहाडा हथियार, ये तुहाडा की आ हथियार। लोगों के हथियार दुनियावी ने जिसम वाले, बंदूकां ने, पिस्टन बरसे ने, किरपाना ने, डांगा ने, पर मेरा तो तुहाडा हथियार जिउंदा परमेश्वर का वचन। ये प्रकार जी गलातियां 5 बाब की 22 है, ये मेरे तुहाडे हथियार ने। प्रेम, प्रेम ये मेरा तो तुहाडा हथियार, ये अगे कोई चीज़ खलो नहीं सकती, कोई चीज़ नहीं खलो सकती। क्योंकि कई बार बल्कि कोई बच्चा गलती करता वा, मां मारते तो बस एको ही मतलब जाके हाथी इदा जोड़ी चल जाता, हाथी सौरी सौरी करी जाता, फिर मां का गुस्सा जरा ठंडा पै जाता, ठंडा पै जाता। साढ़े प्रभु का कितना बड़ा प्यार है, कितनी वड्डी मुहब्बत, कोई निक्की जी मुहब्बत नहीं, बहुत वड्डी मुहब्बत आ। जाके लोगों ने की कुछ किया, हत्थों में किल ठोके, पैरों में किल ठोके, मूँह से थुक्या, सिर उत्ते कंडिया का ताज पाया, की कुछ किया गया, पर साढ़े प्रभु के कोलों
ਇਹ ਹਥਿਆਰ ਸੀ ਪਿਆਰ ਦਾ ਹਥਿਆਰ, ਉਹਦੇ ਕੋਲ ਸੀ। ਸਲੀਬ ਤੇ ਚੜਿਆ ਕੇ ਲਾਏ ਬਾਪ ਉਹਨੂੰ ਮਾਫ਼ ਕਰ, ਇਹਨਾਂ ਨੂੰ ਮਾਫ਼ ਕਰ। ਇਹ ਨਹੀਂ ਜਾਣਦੇ ਕਿ ਅਸੀਂ ਕੀ ਕਰਦੇ ਹਾਂ। ਵੇਖੋ ਜੀ, ਇਹ ਉਹਦਾ ਹਥਿਆਰ ਸੀ। ਅੱਜ ਸਾਰੀ ਧਰਤੀ ਉੱਤੇ, ਸਾਰੀ ਧਰਤੀ ਦੇ ਉੱਤੇ ਉਹਦੀ ਮਹਿਮਾ ਹੋ ਰਹੀ ਹੈ। ਧਰਤੀ ਉੱਤੇ ਨਹੀਂ, ਸਗੋਂ ਅਸਮਾਨ ਦੇ ਉੱਤੇ। ਧਰਤੀ ਉੱਤੇ ਉਹਦੀ ਮਹਿਮਾ ਹੋ ਰਹੀ ਆ, ਅਸਮਾਨ ਤੇ ਵੀ ਉਹਦੀ ਕੀ ਹੋ ਰਹੀ ਆ? ਮਹਿਮਾ ਹੋ ਰਹੀ ਹੈ। ਕਿਉਂਕਿ ਉਹਦੇ ਕੋਲ ਇਹੋ ਹਥਿਆਰ ਸੀ, ਪ੍ਰੇਮ ਦਾ ਹਥਿਆਰ। ਪ੍ਰੇਮ, ਆਨੰਦ, ਭਾਵੇਂ ਹਾਲਾਤ ਕਿੱਦਾਂ ਦੇ ਵੀ ਚੱਲਦੇ ਸਨ, ਕਿੱਦਾਂ ਦਾ ਵਕਤ ਚੱਲਦਾ ਸੀ, ਪਰ ਫਿਰ ਵੀ ਉਹ ਆਨੰਦ ਰਹਿੰਦਾ ਸੀ। ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ। ਜੋ ਵੇਖੋ ਸਾਡੇ ਕੋਲ ਅੱਜ ਉਹ ਹਥਿਆਰ, ਜਿਹੜੇ ਹਥਿਆਰ ਸਾਡੇ ਪ੍ਰਭੂ ਯਿਸੂ ਮਸੀਹ ਕੋਲ ਸੀ, ਅੱਜ ਇਹੋ ਹਥਿਆਰ ਉਹ ਆਪਣੀ ਦੁਲਹਨ ਨੂੰ ਦੇਣੇ ਚਾਹੁੰਦਾ। ਹਾਲੇਲੂਇਆ, ਹਾਲੇਲੂਇਆ। ਆਪਣੀ ਦੁਲਹਨ ਨੂੰ ਇਹੋ ਹਥਿਆਰ ਦੇਣਾ ਚਾਹੁੰਦਾ ਵਾ ਕਿ ਦੁਲਹਨ ਇਹਨਾਂ ਹਥਿਆਰਾਂ ਦੀ ਵਰਤੋਂ ਕਰੇ, ਵਰਤੋਂ ਕਰੇ। ਜਦ ਤੱਕ ਇਹਨਾਂ ਦੀ ਵਰਤੋਂ ਕਰੋਗੀਆਂ, ਵਰਤੋਂ ਕਰੋਗੇ, ਸਾਡਾ ਪ੍ਰਭੂ ਇਸੇ ਕਰਕੇ ਜਿੱਤ ਗਿਆ। ਕਬਰ ਤੇ ਜਿੱਤ ਪਾਈ ਹੈ, ਮੌਤ ਤੇ ਜਿੱਤ ਪਾਈ ਹੈ, ਮੌਤ ਤੇ ਜਿੱਤ ਪਾਈ ਹੈ, ਪਤਾਲ ਤੇ ਜਿੱਤ ਪਾਈ ਹੈ, ਸਾਰੀ ਧਰਤੀ ਤੇ ਜਿੱਤ ਪਾਈ ਹੈ। ਮੇਰੀ ਗੱਲ ਸਮਝ ਆ ਰਹੀ ਹੈ ਨਾ? ਕਿਉਂਕਿ ਉਹਦੇ ਕੋਲ ਇਹੋ ਹੀ ਹਥਿਆਰ ਸੀ। ਅੱਜ ਵਿੱਚ ਤੁਹਾਡੇ ਕੋਲ ਵੀ ਇਹੋ ਹਥਿਆਰ ਹੋਣੇ ਚਾਹੀਦੇ ਨੇ। ਜਦ ਸਾਡੇ ਕੋਲ ਇਹ ਹਥਿਆਰ ਹੋਣਗੇ, ਅਸੀਂ ਸੱਚਮੁੱਚ ਜਿੱਤ ਪ੍ਰਾਪਤ ਕਰਾਂਗੇ। ਪਰ ਜਦੋਂ ਸਾਡੇ ਕੋਲ ਇਹ ਹਥਿਆਰ ਨਹੀਂ ਹੁੰਦੇ ਤੇ ਫਿਰ ਅਸੀਂ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਇਸ ਕਰਕੇ ਜਿੱਤ ਤਦੇ ਹੁੰਦੀ ਆ ਕਿ ਜਦੋਂ ਸਾਡੇ ਅੰਦਰ ਨਿਸ਼ਚਾ ਆ, ਵਿਸ਼ਵਾਸ ਆ, ਜੋ ਸਾਡੇ ਅੰਦਰ ਵਿਸ਼ਵਾਸ ਆ। ਕਿਉਂਕਿ ਜੋ ਪ੍ਰਭੂ ਯਿਸੂ ਮਸੀਹ, ਜਦ ਤੁਸੀਂ ਲੂਕਾ ਦੀ 24 ਬਾਬ ਨੂੰ ਪੜ੍ਹਦੇ ਜੇ, ਤੇ ਉਹ 'ਚ ਜ਼ਿਕਰ ਕੀਤਾ ਗਿਆ ਕਿ ਜਦ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠਿਆ, ਤੇ ਜੀ ਉੱਠਣ ਤੋਂ ਬਾਅਦ ਲਿਖਿਆ ਕਿ ਬਹੁਤ ਸਾਰਿਆਂ, ਜਿਹੜਾ ਬਾਅਦ ਵਿੱਚ ਮੁਕੱਦਸ ਲੂਕਾ ਦੀ ਇੰਜੀਲ ਹੈ, ਉਹਦਾ 24 ਬਾਬ, ਮੁਕੱਦਸ ਲੂਕਾ ਦੀ ਇੰਜੀਲ ਉਹਦਾ 24ਵਾਂ ਬਾਬ, ਤੇ ਉਹਦੀ ਤੁਸੀਂ 25 ਐਨ ਨੂੰ ਪੜ੍ਹੀਏ। ਤੇ ਇੱਥੇ ਲਿਖਿਆ, ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਹੇ ਬੇਸਮਝੋ ਅਤੇ ਨਬੀਆਂ ਦੀਆਂ ਸਾਰੀਆਂ ਵਚਨਾਂ ਉੱਤੇ ਵਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਢਿੱਲੇ ਹੋ। ਵਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ, ਢਿੱਲਿਓ ਕਦੋਂ? ਪ੍ਰਭੂ ਯਿਸੂ ਮਸੀਹ ਜਦੋਂ ਮਰ ਕੇ ਜੀ ਉੱਠਿਆ ਵਾ, ਕਿਹੜਾ ਤੁਸੀਂ ਪਹਿਲਾਂ ਹੀ ਬੇਪਰਤੀਤੀ ਕਰਦੇ ਸੀ, ਹੁਣ ਮੈਂ ਜੀ ਉੱਠਿਆ ਤੇ ਹੁਣ ਵੀ ਤੁਸੀਂ ਕੀ ਕਰਦੇ ਜੇ? ਬੇਪਰਤੀਤੀ ਕਰਦੇ। ਬੇਪਰਤੀਤੀ ਕਰਨ ਦੇ ਲਈ ਜਦੋਂ ਕਿ ਉਹਨਾਂ ਨੂੰ ਮਤਲਬ ਕਿ ਇਹੋ ਵਿਸ਼ਵਾਸ ਦੇ ਬਾਰੇ ਉਹ ਜ਼ੋਰ ਦੇਣ ਵੀ ਤੁਹਾਨੂੰ, ਜੇ ਮੈਂ ਤੁਹਾਨੂੰ ਪਹਿਲੋਂ ਕਹਿ ਤਾਂ ਤੁਸੀਂ ਮਤਲਬ ਕਿ ਜਾ ਕੇ ਜਿਹੜੀਆਂ ਦਿਸਣ ਵਾਲੀਆਂ ਚੀਜ਼ਾਂ ਉਹਨਾਂ ਦੇ ਉੱਤੇ ਧਿਆਨ ਦਿੱਤਾ ਵੀ ਕਿੱਦਾਂ ਜੀ ਉੱਠੇਗਾ, ਇਹ ਕਿੱਦਾਂ ਜੀ ਉੱਠੇਗਾ, ਇਹ ਕਿੱਦਾਂ ਜੀ ਉੱਠੇਗਾ, ਇਹਨੂੰ ਮਾਰ ਹੀ ਦੇਣਾ, ਕਬਰ 'ਚ ਪਾ ਦੇਣਾ, ਇਹ ਕਿੱਦਾਂ ਜੀ ਉੱਠੇਗਾ। ਪਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਜੋ ਜੀ ਉੱਠਿਆ, ਜੀ ਉੱਠ ਕੇ ਫਿਰ ਉਹਨੇ ਕਿੱਦਾਂ ਔਰਤਾਂ ਨੂੰ ਉਹਨੇ ਮਤਲਬ ਕਿ ਜਾ ਕੇ ਦਰਸ਼ਨ ਦਿੱਤਾ, ਚੇਲਿਆਂ ਨੂੰ ਦਰਸ਼ਨ ਦਿੱਤਾ, 500 ਦੀ ਤਾਦਾਦ ਵਿੱਚ ਇੱਕੋ ਵਾਰੀ ਦਰਸ਼ਨ ਦਿੱਤਾ। ਜਦ ਉਹਨੇ ਦਰਸ਼ਨ ਦਿੱਤਾ, ਪਰ ਫਿਰ ਵੀ ਕਿਹੜੇ ਲੋਕ ਜਿਹੜੀ ਬੇਪਰਤੀਤੀ ਸ਼ੱਕ ਕਰ ਰਹੇ ਸਨ, ਪਰ ਉਹਨਾਂ ਨੂੰ ਯਿਸੂ ਮਸੀਹ ਕਹਿੰਦਾ ਕਿ ਇਹ ਬੇਸਮਝੋ ਤੇ ਲਿਖਤਾਂ ਦੇ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ, ਇਹ ਬੇਸਮਝੋ ਅਤੇ ਨਬੀਆਂ ਦੀਆਂ ਤੇ ਸਾਰਿਆਂ ਵਚਨਾਂ ਦੇ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ। ਕਿਉਂਕਿ ਇਸ ਕਦਰ ਉਹਨਾਂ ਦਿਨਾਂ ਵਿੱਚ ਵੀ ਲੋਕ ਤਕਰੀਬਨ ਮਤਲਬ ਢਿੱਲੇ ਸਨ। ਅੱਜ ਵੀ ਲੋਕ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਨੇ, ਯਿਸੂ ਮਸੀਹ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਨੇ, ਪਰ ਫਰਕ ਕੀ ਪੈਂਦਾ? ਵਚਨ ਤੇ ਨਹੀਂ ਵਿਸ਼ਵਾਸ ਕਰਦੇ, ਵਚਨ ਤੇ ਨਹੀਂ ਵਿਸ਼ਵਾਸ ਕਰਦੇ। ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਨੇ, ਪਰ ਵਚਨ ਤੇ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਜੇ ਵਚਨ ਤੇ ਵਿਸ਼ਵਾਸ ਨਹੀਂ ਕਰਦੇ ਤੇ ਯਿਸੂ ਮਸੀਹ ਕਹਿੰਦਾ ਕਿ ਲੋਕ ਬੁਲਾਣਾ ਮੇਰਾ ਆਦਰ ਕਰਦੇ ਨੇ, ਪਰ ਉਹਨਾਂ ਦੇ ਦਿਲ ਵਿੱਚੋਂ ਦੂਰ ਨੇ, ਉਹਨਾਂ ਦੇ ਦਿਲ ਵਿੱਚੋਂ ਦੂਰ ਨੇ। ਉਹ ਪ੍ਰਭੂ ਦਾ ਧੰਨਵਾਦ ਹੋਏ ਕਿ ਸਾਨੂੰ ਕਿਸ ਕਦਰ ਮਲਕੀ ਕਦੇ ਵੀ ਇਹ ਵਿਸ਼ਵਾਸ ਦੀ ਅੱਖ ਜਿਹੜੀ ਹੈ, ਅਸੀਂ ਵਿਸ਼ਵਾਸ ਦੇ ਰਾਹੀਂ ਇਹ ਸਭ ਚੀਜ਼ਾਂ ਜਿਹੜੀਆਂ ਕਿ ਪ੍ਰਭੂ ਯਿਸੂ ਮਸੀਹ ਦੇ ਕੋਲ ਪ੍ਰਾਪਤ ਕਰਨੇ ਆ। ਪਰ ਜੇ ਤਦੇ ਜੇ ਸਾਡੇ ਅੰਦਰ ਵਿਸ਼ਵਾਸ ਹੋਏ, ਤੇ ਵਿਸ਼ਵਾਸ ਕਿੱਦਾਂ ਬਣਦਾ ਵਾ? ਰੂਮੀਆਂ 10:17 'ਚ ਲਿਖਿਆ
कि सुन दे नाल विश्वास कर, सुन दे नाल काहदे नाल, सुन दे नाल। की सुनना जरूर परमेश्वर का वचन, वचन पढ़न नाल, वचन सुनन नाल, वचन ते चलन नाल फिर मेरे तुहाडे अंदर विश्वास पैदा हुंदा। फिर जो मेरे तुहाडे अंदर विश्वास पैदा हुंदा वा, फिर जो चाहे फिर जो प्रभु कहने हैं साढ़े वास्ते प्रभु सब कुछ कर दिंदा, वो सब कुछ कर दिंदा। देखो जब असीं परमेश्वर के बंदे जोना के बारे देखते, जोना जिन्होंने परमेश्वर ने कहा कि जा जाके नीनवा के प्रचार कर, तो नीनवा की बजाय वो तिरसस में तुर पिया। किड्डा बड़ा मतलब जाके समुद्र तूफान आया, तो तूफान के दौरान कितना उत्ते सारा अटैक आया कि सारी इसकी गलती है। उन्हें आप ही मना कि मेरी गलती है। उन्होंने कहता मैंने समुद्र सुट दो, सुटन तो भी डरते सन, पर अखीर में उन्हें सुटना पिया। जब उन्होंने समुद्र च सुटिया, लिखा मच्छी ने उन्होंने अपने अंदर निगल लिया। मच्छी नबी बयान करता, कहता कि उन्हें मच्छी की कोई हद नहीं लिखी, कोई कुख वाल नहीं लिखा। मैं टोट आके वेखा भी किड्डी गवाई, कहना उन्हें कुछ नहीं वेख्या। बस उन्हें एक चीज वेखी कि मैं इतों निकल किदा सकता, मैं मच्छी के अंदरों किदा निकल सकता। कहना उन्होंने पता सी कि साडे वड वडेरे जदों मतलब उन्होंने ते भौंसला बिपता पैंदी सी, ते वो जाके हैकल च जाके हैकल वाल मूँह करके दुआ करते सन। हैकल वाल मूँह करके दुआ करते सन। हैकल वाल मूँह करके दानियल ने हैकल वाल मूँह करके दुआ की। सदरक मीशक अबदनगो हैकल वाल मूँह करके दुआ करते सन। मेरी गल समझा रही है ना? परमेश्वर का बंदा हिजकिया मतलब जाके हैकल वाल मूँह करके दुआ कर रहा सी। परमेश्वर के बंदे जो ना मतलब चेते आया कि मैं मतलब मच्छी का कार नहीं वेखना, मेरी कुख नहीं वेखनी, मेरे हाथ बने नहीं वेखने, भी मैं जाके फिर तुर के वेखना भी किन्नी क वड्डी है, किन्ना केड़ा खलारा। उन्हें बिल्कुल नहीं वेख्या। उन्हें एको चीज़ वो मन के अंदर सी कि मैं मच्छी के पेट के अंदर कित्थे कित्थे तुरया फिरया, पर मच्छी के पेट के अंदर सिनेमा की जी बनाई हुई हैकल सी, उधर मतलब मच्छी के पेट अंदर हैकल के वाल ध्यान करके अनडिठ अनडिठ किदा विश्वास कर, मैं इतों ही दुआ करांगा। मैनू पता कि जो मैं दुआ करांगा तो परमेश्वर मेरी दुआ प्रार्थना सुनेगा। क्योंकि जिक्र किया गया कि जब धर्मी लोग किसी गल के वास्ते मिल के दुआ करते हैं तो परमेश्वर बड़े ध्यान नाल सुनता, बड़े ध्यान नाल सुनता। तो उन्हें किस कदर मतलब जाके परमेश्वर अगे दुहाइयां दित्तियां और रोया चलाया कि परमेश्वर मैं मेरी तू प्रार्थना सुन, तू मैनू इतों मतलब बाहर कढ़। लिखा कि जो ही परमेश्वर ने कित्थे मतलब जाके मच्छी घिरी हुई थी, कित्थे कित्थे चलन डी सी, किधर किधर तुरी फिरदी, यहोवा परमेश्वर ने किदा उस मच्छी के पेट चों बाहर कढ़िया। लिखा कि जिस जगह उत्ते चाहता सी उस जगह के उत्ते परमेश्वर का बंदा जो ना पहुँच गया। विश्वास है मच्छी के अंदर कौन सी, कोई पापा है लागे, कोई है भैन भरा लागे, है कोई रिश्तेदार, है कोई सेवक जरा कोई हैल्प कर दे समुद्र ताक वो कौन वो मदद कर सकता है। पर उसकी मदद किन्ने की, यहोवा परमेश्वर। पर किदा की, वचन सुनिया हुआ, वचन सुनिया हुआ कि जब तू हैकल के वाल मूँह करके दुआ करेगा तो मैं तेरी प्रार्थना सुनागा। किदा उन्हें दुआ की, यहोवा परमेश्वर ने किदा उसकी प्रार्थना सुनी। जब सुनी यकदम नीन वाले पत्थर के उत्ते जाकर आन के मच्छी ने गलसिया कि किदा परमेश्वर के बंदे जोना ने मतलब अपनी गवाही दी, प्रचार किया। प्रचार का की असर होया, लोगों ने अपनी मतलब सिरां दे विच मतलब स्वाह पा के, अपने गल च तप्पड़ पा के, राजियां बच्चियां डंगरां सबना ने रो रो के पशु प्रभु के अगे पशुताप किया
ਮਤਲਬ ਉਹਦੀ ਗਵਾਹੀ ਵੇਖ ਕੇ ਵੀ ਪਰਮੇਸ਼ਰ ਨੇ ਜੇ ਇਹਦੀ ਜੇ ਇਹਨੂੰ ਲਿਆਂਦਾ ਵਾ ਤੇ ਕਿਸੇ ਮਤਲਬ ਵਾਸਤੇ ਲਿਆਂਦਾ ਵਾ ਤੇ ਕਿੱਦਾਂ ਜਾ ਕੇ ਲਿਖਿਆ ਜਿਹੜਾ ਨੀਹਾਂ ਦੇ ਉੱਤੇ ਕਰੋਪੀ ਕਹਿਰ ਜਿੱਦਾਂ ਹੁਣ ਸਾਡੇ ਮਤਲਬ ਜਾ ਕੇ ਦੁਨੀਆ ਦੇ ਉੱਤੇ ਇੱਕ ਦੇਸ਼ ਵਿੱਚ ਨਹੀਂ ਸਾਰੀ ਦੁਨੀਆ ਦੇ ਉੱਤੇ ਕਿੰਨੀ ਵੱਡੀ ਕਰੋਪੀ ਆਈ ਆ ਨੀਹਾਂ ਦੇ ਉੱਤੇ ਕਰੋਪੀ ਆਈ ਆ ਮਤਲਬ ਉਹ ਨੀਹਾਂ ਖਤਮ ਹੋ ਜਾਣ ਵਾਲਾ ਸੀ ਉਹਦਾ ਨਾਮੋ ਨਿਸ਼ਾਨ ਖਤਮ ਹੋਣ ਵਾਲਾ ਸੀ ਪਰ ਉਹਨਾਂ ਕਿਸ ਕਦਰ ਪਰਮੇਸ਼ਰ ਅੱਗੇ ਦੁਆ ਕੀਤੀ ਪ੍ਰਾਰਥਨਾ ਕੀਤੀ ਰੋਜ਼ੇ ਫਾਕੇ ਰੱਖੇ ਭੁੱਬਾ ਮਾਰ ਕੇ ਰੋਏ ਯਹੋਵਾ ਪਰਮੇਸ਼ਰ ਜਿਹੜੀ ਉਹਨਾਂ ਦੇ ਉੱਤੇ ਭਾਰਾ ਕਸ਼ਟ ਆਉਣ ਵਾਲਾ ਸੀ ਯਹੋਵਾ ਪਰਮੇਸ਼ਰ ਨੇ ਉਹਨਾਂ ਉੱਤੇ ਜਾ ਕੇ ਕਿਰਪਾ ਕੀਤੀ ਮੇਰੀ ਉਹ ਪਿਆਰੀ ਭੈਣੋ ਪਿਆਰੇ ਭਾਈਓ ਬੱਚਿਓ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਦੱਸਣਾ ਚਾਹੁੰਦਾ ਕਿ ਜੇ ਸੱਚਮੁੱਚ ਯਿਸੂ ਮਸੀਹ ਅੱਜ ਕੱਲ੍ਹ ਤੇ ਯੁੱਗ ਦੇ ਇੱਕੋ ਜਿਹਾ ਪਰਮੇਸ਼ਰ ਆ ਉਹ ਨਾ ਬਦਲਿਆ ਹੋਇਆ ਪਰਮੇਸ਼ਰ ਨਾ ਬਦਲਿਆ ਹੋਇਆ ਪਰਮੇਸ਼ਰ ਆ ਨਾ ਬਦਲਣ ਵਾਲਾ ਪਰਮੇਸ਼ਰ ਜਦ ਸੱਚਮੁੱਚ ਅਸੀਂ ਉੱਤੇ ਵਿਸ਼ਵਾਸ ਕਰਦੇ ਹਾਂ ਵੇਖੋ ਅਸੀਂ ਸਾਰੇ ਅਬਰਾਨੀਆਂ 3 ਬਾਬ ਦੀ ਪਹਿਲੀ ਅਧ ਲਿਖਿਆ ਹੇ ਪਿਆਰੇ ਭਰਾਓ ਸੁਰਗੀ ਸੱਦੇ ਦੇ ਭਾਈਵਾਲ ਅਸੀਂ ਸੁਰਗੀ ਸੱਦੇ ਦੇ ਭਾਈਵਾਲ ਅਬਰਾਹਮ ਦੇ ਨਾਲ ਅਸੀਂ ਭਾਈਵਾਲ ਇਜਹਾਕ ਯਕੂਬ ਦੇ ਨਾਲ ਅਸੀਂ ਭਾਈਵਾਲ ਨਬੀਆਂ ਦੇ ਨਾਲ ਅਸੀਂ ਭਾਈਵਾਲ ਭਾਈ ਇਬਰਾਹਿਮ ਦੇ ਨਾਲ ਅਸੀਂ ਵੀ ਭਾਈਵਾਲ ਅਸੀਂ ਸੁਰਗੀ ਸੱਦੇ ਦੇ ਭਾਈਵਾਲ ਭਾਈਵਾਲ ਦਾ ਮਤਲਬ ਕਿ ਜਿੱਥੇ ਉਹ ਗਏ ਨੇ ਅਸੀਂ ਵੀ ਉੱਥੇ ਜਾਣਾ ਗੱਲ ਸਮਝ ਆ ਰਹੀ ਹੈ ਨਾ ਵਿਸ਼ਵਾਸ ਤੇ ਨਹੀਂ ਜੀ ਵਿਸ਼ਵਾਸ ਤੇ ਨਹੀਂ ਜੇ ਸਰੀਰ ਦੀਆਂ ਕਮਜ਼ੋਰੀਆਂ ਵੇਖਦੇ ਫਿਰ ਮੁਸ਼ਕਲ ਜਿਹਾ ਜਾਪਦਾ ਵੀ ਕਿੱਦਾਂ ਜਾਣਾ ਪੇੜ ਪੱਲੇ ਤੇ ਕੱਖ ਵੀ ਨਹੀਂ ਗਾ ਭਗਤੀ ਕੁਛ ਵੀ ਨਹੀਂ ਗੀ ਜੀਵਨ ਕੁਛ ਵੀ ਨਹੀਂ ਪਿੱਛੇ ਬੋਲਦਾ ਇਮਾਨਦਾਰੀ ਕੁਛ ਵੀ ਨਹੀਂ ਪਿੱਛੇ ਬੋਲਦੀ ਆਗਿਆਕਾਰੀ ਹੈ ਹੀ ਨਹੀਂ ਗੀ ਪਰ ਅਸੀਂ ਉਹਦੇ ਭਾਈਵਾਲ ਸੁਰਗੀ ਸੱਦੇ ਦੇ ਭਾਈਵਾਲ ਜਦ ਅਸੀਂ ਉਹਦੇ ਭਾਈਵਾਲ ਵਾਂ ਤੇ ਸਾਨੂੰ ਪਤਾ ਕਿ ਜੇ ਸਾਡੇ ਭਾਈਵਾਲ ਜਿੱਦਾਂ ਹੁਣ ਭੈਣ ਕੋਮਲ ਮੱਪੀ ਭਜਨ ਬੋਲਦੇ ਸੀ ਕਿ ਜ਼ਿੰਦਗੀ ਤੋਂ ਪਾਰ ਵੀ ਹੈ ਜ਼ਿੰਦਗੀ ਤੇ ਤਾਰਿਆਂ ਤੋਂ ਪਾਰ ਵੀ ਹੈ ਤਾਰਿਆਂ ਕਿ ਕੁਛ ਉੱਥੇ ਚੱਲ ਗਏ ਨੇ ਤੇ ਕੁਛ ਅਜੀ ਇੱਥੇ ਕੁਛ ਤਾਰੇ ਉੱਥੇ ਪਹੁੰਚ ਗਏ ਨੇ ਤੇ ਕੁਝ ਤਾਰੇ ਇੱਥੇ ਮੱਪੀ ਉਹ ਵੀ ਭਾਈਵਾਲ ਨਹੀਂ ਤੇ ਅਸੀਂ ਉਸ ਜ਼ਿੰਦਗੀ ਦੇ ਭਾਈਵਾਲ ਹਾਲੇਲੂਇਆ ਅਸੀਂ ਉਹਦੇ ਕੀ ਆ ਭਾਈਵਾਲ ਸਾਡਾ ਵਿਸ਼ਵਾਸ ਆ ਸਾਨੂੰ ਦਲੇਰੀ ਹੈ ਪਰ ਇਹ ਕਿੱਥੋਂ ਗੱਲਾਂ ਮਿਲਦੀਆਂ ਨੇ ਵਚਨ ਦੇ ਰਾਹੀਂ ਵਿਸ਼ਵਾਸ ਦੇ ਰਾਹੀਂ ਨਿਸ਼ਚਾ ਦੇ ਰਾਹੀਂ ਜਦ ਅਸੀਂ ਵਚਨ ਉੱਤੇ ਨਿਸ਼ਚਾ ਕਰਨੇ ਆ ਫਿਰ ਸੱਚਮੁੱਚ ਇਹ ਸਾਨੂੰ ਇਹ ਸਭ ਕੁਝ ਮਿਲਦਾ ਪਰ ਜਦ ਤੱਕ ਅਸੀਂ ਨਿਸ਼ਚਾ ਨਹੀਂ ਕਰਦੀਆਂ ਨਹੀਂ ਕਰਦੇ ਉਨੀ ਦੇਰ ਤੱਕ ਨਹੀਂ ਤਾਂ ਜ਼ਿਕਰ ਕੀਤਾ ਗਿਆ ਜਦ ਅਸੀਂ ਇਬਰਾਨੀਆਂ 11 ਬਾਬ ਨੂੰ ਪੜ੍ਹਦੇ ਆ ਤੇ ਉੱਥੇ ਜ਼ਿਕਰ ਕੀਤਾ ਅਬਰਾਨੀਆਂ ਦੀ ਪੱਤਰੀ ਉਹਦੇ 11 ਬਾਬ ਦੇ ਵਿੱਚ ਤੇ ਉਹਦੀ ਪਹਿਲੀ ਐਤ ਦੇ ਵਿੱਚ ਪਰਮੇਸ਼ਰ ਦਾ ਬੰਦਾ ਸੰਤ ਪੌਲਸ ਇਹ ਕਹਿੰਦਾ ਕਿ ਹੁਣ ਨਿਸ਼ਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਮਝੀ ਅਣਡਿੱਠ ਵੇਖੀਆਂ ਨਹੀਂ ਗਿਆ ਵੇਖਿਆ ਨਹੀਂ ਗਾ ਕਿ ਜਿੱਥੇ ਆ ਜਾਣਾ ਉਹ ਵੇਖਿਆ ਨਹੀਂ ਕਿ ਜਗ੍ਹਾ ਨਹੀਂ ਵੇਖੀ ਜੀ ਦਾ ਸਵਾਦ ਲੈ ਬਸ ਉਹਨਾਂ ਮਨ ਜਾ ਕੇ ਵਿਸ਼ਵਾਸ ਕਰਦੇ ਸਾਨੂੰ ਪਤਾ ਕਿ ਪ੍ਰਕਾਸ਼ ਦੀ ਪੋਥੀ 21 ਬਾਬ ਅੱਜ ਸਿਰਫ ਮਨਪੀ ਬਚਨ ਤੋਂ ਦੂਰੋਂ ਦੂਰ ਦੇਖਦੇ ਆ ਪਰ ਇੱਕ ਦਿਨ ਅਸੀਂ ਉਹਦੇ ਵਿੱਚ ਜਾ ਕੇ ਦਾਖਲ ਹੋਵਾਂਗੇ ਇੱਥੇ ਨਵੀਂ ਨਗਰੀ ਜ਼ਰੂਰ ਸੁਲਮ ਵਿੱਚ ਅਸੀਂ ਜਾ ਕੇ ਉਹਦੇ ਵਿੱਚ ਦਾਖਲ ਹੋਣਾ ਅਸੀਂ ਵਿਸ਼ਵਾਸ ਕਰਦੇ ਕਿਉਂਕਿ ਸੁਰਗੀ ਸੱਦੇ ਦੇ ਭਾਈਵਾਲ ਅਸੀਂ ਭਾਈਵਾਲ ਇਹ ਸਭ ਚੀਜ਼ਾਂ ਨੇਚਰ ਦੇ ਰਾਹੀਂ ਅਸੀਂ ਸਭ ਕੁਝ ਪ੍ਰਾਪਤ ਕਰ ਰਹੇ ਹਾਂ ਵੇਖੋ ਜਦੋਂ ਅਸੀਂ 11 ਦੀ ਸ਼ੇਰ ਨੂੰ ਪੜ੍ਹਦੇ ਹਾਂ ਅਤੇ ਨਿਸ਼ਚਾ ਬਾਝੋਂ ਉਹਦੇ ਮਨ ਨੂੰ ਭਾਉਣਾ ਅਨਹੋਣਾ ਹੈ ਕਿਉਂਕਿ ਜਿਹੜੇ ਪਰਮੇਸ਼ਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਬਈ ਉਹ ਹੈ ਨਾਲ ਇਹ ਉਹ ਆਪਣੀਆਂ ਤਾਲਬਾਂ ਦਾ ਫਲ ਦਾਤਾ ਹੈ ਆਪਣੀਆਂ ਤਾਲਬਾਂ ਦਾ ਫਲ ਦਾਤਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਵੀ ਜੋ ਕੁਛ ਮਤਲਬ ਲਿਖਤਾਂ ਲਿਖੀਆਂ ਗਈਆਂ ਨੇ ਅੱਜ ਅਸੀਂ ਇਹਨਾਂ ਨੂੰ ਮਤਲਬ ਜਾ ਕੇ ਦੂਰੋਂ ਧੁੰਦਲਾ ਵੇਖਣ ਦੇ ਪਹਿਲਾ ਕਰੰਥੀਆਂ 13 ਬਾਬ ਦੇ ਅਨੁਸਾਰ ਅੱਜ ਅਸੀਂ ਇਹ ਧੁੰਦਲਾ ਵੇਖਣ ਦੇ ਪਰ ਇੱਕ ਦਿਨ ਆ ਰਿਹਾ ਜਿਸ ਦਿਨ ਅਸੀਂ ਰੂ ਵੇਖਾਂਗੇ ਹਾਲੇਲੂਇਆ
ਅੱਜ ਸਿਰਫ ਉਦਾਂ ਹੀ ਕਰਨ ਡਿਆ ਕਿ ਉਹ ਨਗਰੀ ਨਕਾਲ ਸੋਨੇ ਦੀ ਹੈ, ਪਰ ਇੱਕ ਦਿਨ ਜਾਵਾਂਗੇ ਜਿਹਨਾਂ ਆਪਣੀਆਂ ਅੱਖਾਂ ਨਾਲ ਵੇਖਾਂਗੇ। ਅੱਜ ਉਦਾਂ ਹੀ ਮਤਲਬ ਵਿਸ਼ਵਾਸ ਕਰਦੇ ਹਾਂ ਕਿ ਉਹਦੇ ਚੌਂਕ ਸੋਨੇ ਦੇ ਨੇ। ਅੱਜ ਉਦਾਂ ਹੀ ਵਿਸ਼ਵਾਸ ਕਰਦੇ ਹਾਂ ਕਿ ਉੱਥੇ ਕੋਈ ਮਤਲਬ ਮੌਤ ਨਹੀਂ ਗੀ, ਪਰ ਇੱਕ ਦਿਨ ਜਾਵਾਂਗੇ ਫਿਰ ਉੱਥੇ ਜਾ ਕੇ ਵੇਖਾਂਗੇ। ਵੇਖ ਅਨਡਿਟ ਚੀਜ਼ਾਂ, ਜਿਹੜੀਆਂ ਚੀਜ਼ਾਂ ਅਨਡਿਟ ਚੀਜ਼ਾਂ ਅਸੀਂ ਇਹ ਵੇਖਣ ਹੀ ਦੇ, ਅਸੀਂ ਵਿਸ਼ਵਾਸ ਦੀ ਅੱਖ ਨਾਲ ਅਸੀਂ ਇਹਨਾਂ ਸਭਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਅਸੀਂ ਕੀ ਕਰ ਰਹੇ ਹਾਂ? ਵਿਸ਼ਵਾਸ ਕਰ ਰਹੇ ਹਾਂ ਕਿ ਇੱਕ ਦਿਨ ਅਸੀਂ ਇਹ ਸਭ ਚੀਜ਼ਾਂ ਜਿਹੜੀਆਂ ਇਹ ਪ੍ਰਾਪਤ ਕਰਨ ਵਾਲੇ ਹਾਂ, ਅਸੀਂ ਪਾਉਣ ਵਾਲੇ ਹਾਂ, ਅਸੀਂ ਉੱਥੇ ਪਹੁੰਚਣ ਵਾਲੇ ਹਾਂ, ਕਿਉਂਕਿ ਅਸੀਂ ਵਚਨ ਦੀ ਅੱਖ ਦੇ ਦੁਆਰਾ ਅਸੀਂ ਇਹਨਾਂ ਸਭਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਦੇ ਹਾਂ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਤੇ ਸਾਨੂੰ ਪਤਾ ਕਿ ਜਿਹੜਾ ਸਾਡਾ ਵਿਸ਼ਵਾਸ ਆ ਇਹ ਸੱਚਮੁੱਚ ਇਹ ਪ੍ਰਭੂ ਦੇ ਵਚਨ ਦੇ ਦੁਆਰਾ ਸਾਨੂੰ ਮਿਲਿਆ ਹੋਇਆ ਵਿਸ਼ਵਾਸ ਆ। ਪ੍ਰਭੂ ਦੇ ਵਚਨ ਦੇ ਦੁਆਰਾ ਇਹ ਸਾਨੂੰ ਮਿਲਿਆ ਹੋਇਆ ਵਿਸ਼ਵਾਸ ਆ। ਅਸੀਂ ਉਸ ਵਿਸ਼ਵਾਸ ਦੇ ਉੱਤੇ ਅਸੀਂ ਉਸੇ ਵਚਨ ਦੇ ਉੱਤੇ ਵਿਸ਼ਵਾਸ ਕਰਦੇ ਹਾਂ। ਦੇਖੋ ਪ੍ਰਭੂ ਯਿਸੂ ਮਸੀਹ ਆਪ ਵੀ ਜਦ ਇਸ ਧਰਤੀ ਉੱਤੇ ਮਤਲਬ ਇੱਕ ਇਨਸਾਨ ਬਣ ਕੇ ਆਇਆ, ਉਹ ਲਿਖਿਆ ਕਿ ਕਿਸ ਕਦਰ ਮਤਲਬ ਜਾ ਕੇ ਜਦੋਂ ਉਹਨੇ ਯੂਨਾਨ ਤੋਂ ਬਪਤਿਸਮਾ ਲੈਣ ਵਾਸਤੇ ਗਿਆ, ਉਤੋਂ ਪਵਿੱਤਰ ਆਤਮਾ ਕਬੂਤਰ ਦੀ ਮਾਂ ਨੂੰ ਉੱਤੇ ਉਤਰਿਆ। ਪਵਿੱਤਰ ਆਤਮਾ ਕਬੂਤਰ ਦੀ ਮਾਂ ਉੱਤੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਯੂਨਾ ਉਸ ਆਵਾਜ਼ ਦੇ ਉੱਤੇ ਵਿਸ਼ਵਾਸ ਕਰੇ, ਉਸ ਆਵਾਜ਼ ਉੱਤੇ ਵਿਸ਼ਵਾਸ ਕਰਕੇ ਇਹ ਪਰਮੇਸ਼ਰ ਦਾ ਪੁੱਤਰ, ਇਹ ਪਰਮੇਸ਼ਰ ਦਾ ਪੁੱਤਰ ਵਾ, ਉੱਤੇ ਵਿਸ਼ਵਾਸ ਕਰ ਰਿਹਾ। ਅੱਜ ਅਸੀਂ ਵੀ ਉਹਦੇ ਤੇ ਵਿਸ਼ਵਾਸ ਕਰਨੇ ਹਾਂ ਕਿ ਅਬਰਾਨੀਆਂ 13 ਦੀ 8 ਦਾ ਪਰਮੇਸ਼ਰ ਉਹ ਕੱਲ੍ਹ ਤੇ ਅੱਜ ਤੇ ਜੁਗ ਇੱਕੋ ਚੀਜ਼ ਹੈ, ਜੋ ਨਾ ਸਿਰਫ ਉਹਨੂੰ ਪੁੱਤਰ ਹੀ ਮੱਪੀ ਜਾ ਕੇ ਉਹਨਾਂ ਨੂੰ ਪੁੱਤਰ ਦੱਸਣ ਡਿਆ, ਪਰ ਮੈਨੂੰ ਤੇ ਤੁਹਾਨੂੰ ਇਸ ਗੱਲ ਦੇ ਬਾਰੇ ਪੂਰਨ ਭਰੋਸਾ ਵਿਸ਼ਵਾਸ ਆ ਕਿ ਯਿਸੂ ਮਸੀਹ ਅੱਜ ਕੱਲ੍ਹ ਤੇ ਜੁਗ ਇੱਕੋ ਜਿਹਾ ਹੈ। ਇਸ ਕਰਕੇ ਪਿਆਰਿਓ ਭੈਣੋ ਪਿਆਰੇ ਭਾਈਓ, ਅਸੀਂ ਜਿਸਮ ਵਾਲੀਆਂ ਚੀਜ਼ਾਂ ਉੱਤੇ ਨਹੀਂ, ਸਗੋਂ ਅਣਡਿੱਠ ਵਸਤਾਂ ਅਣਡਿੱਠ ਜਿਹੜੀਆਂ ਚੀਜ਼ਾਂ ਨਹੀਂ ਵੇਖੀਆਂ ਅਸੀਂ ਉਹਨਾਂ ਦੇ ਉੱਤੇ ਵਿਸ਼ਵਾਸ ਕਰ ਰਹੇ ਹਾਂ ਤੇ ਸਾਨੂੰ ਪਤਾ ਕਿ ਅਸੀਂ ਉਸੇ ਵਿਸ਼ਵਾਸ ਦੇ ਰਾਹੀਂ ਅਸੀਂ ਸਭ ਕੁਝ ਪ੍ਰਾਪਤ ਕਰਨਾ ਵਾ। ਡਾਕਟਰ ਬਹੁਤ ਬਰਕਤ ਦੀ ਬੜੀ ਆਸ ਹੈ, ਉਹ ਸਭ ਆਪਣੀ ਬੰਦ ਕਰਕੇ ਦੁਆ ਦੇ। ਪਿਆਰੇ ਮਿਹਰਬਾਨ ਪਿਤਾ ਜ਼ਮੀਨ ਤੇ ਅਸਮਾਨ ਦੇ ਮਾਲਕ, ਦਿਲ ਤੋਂ ਤੇਰੀ ਤਾਰੀਫ ਤੇਰੀ ਮਹਿਮਾ ਤੇਰੀ ਉਡਾਈ ਕਰ ਰਹੇ ਹਾਂ। ਤੇਰੇ ਧੰਨਵਾਦੀ ਹਾਂ ਪਿਆਰੇ ਪ੍ਰਭੂ ਜੀ, ਸਵੇਰ ਦੀ ਛੁੱਟੀ ਦੀ ਸੰਗਤੀ ਦੇ ਵਾਸਤੇ ਜਿਹੜੀ ਪਿਆਰੇ ਪ੍ਰਭੂ ਜੀ ਅਸੀਂ ਆਪਸੀ ਬੈਠ ਕੇ ਕੀਤੀ ਆ। ਮੇਰੀਆਂ ਭੈਣਾਂ ਨੂੰ ਬੱਚਿਆਂ ਨੂੰ ਬਹੁਤ ਬਰਕਤ ਦੀ ਆਸ਼ੀਸ਼ ਦੇ, ਜਿਨ੍ਹਾਂ ਨੇ ਆਪਣਾ ਬੇਸ਼ਕੀਮਤੀ ਸਮਾਂ ਕੱਢ ਕੇ ਤੇਰੀ ਦੂਰੀ ਵਿੱਚ ਬੱਚੇ ਆਏ ਨੇ। ਬੜੀ ਬਰਕਤ ਦੇ ਪਿਆਰੇ ਪ੍ਰਭੂ ਜੀ, ਆਪਣੇ ਵਚਨਾਂ 'ਚ ਦੀ ਕਿਰਪਾ ਦੇ। ਅਸੀਂ ਕਿੰਨੇ ਬੁਰੇ ਭੈੜੇ ਮਾੜੇ ਦਿਨਾਂ 'ਚ ਗੁਜ਼ਰੇ ਹਾਂ, ਜਿਨ੍ਹਾਂ ਬੁਰਿਆਂ ਭੈੜਿਆਂ ਮਾੜਿਆਂ ਦਿਨਾਂ 'ਚ ਤੂੰ ਸਾਨੂੰ ਪਿਆਰੇ ਪ੍ਰਭੂ ਯਿਸੂ ਮਸੀਹ ਗਲਾਤੀਆਂ 5 ਦੀ 22 ਵਾਲੇ ਸ਼ਸਤਰ ਦੇ ਪਿਆਰੇ ਪ੍ਰਭੂ ਜੀ, ਤਾਂ ਜੋ ਉਹਨਾਂ ਸ਼ਸਤਰਾਂ ਦੇ ਦੁਆਰਾ ਪਿਆਰੇ ਪ੍ਰਭੂ ਯਿਸੂ ਮਸੀਹ ਅਸੀਂ ਵੈਰੀ ਦਾ ਡਟ ਕੇ ਮੁਕਾਬਲਾ ਕਰ ਸਕੀਏ। ਮੇਰੇ ਭੈਣਾਂ ਭਰਾਵਾਂ ਨੂੰ ਬਹੁਤ ਬਰਕਤ ਦੇ ਆਸ਼ੀਸ਼ ਦੇ ਪਿਆਰੇ ਪ੍ਰਭੂ ਤੇ ਨਾਲ ਉੱਚਾ ਕੀਤਾ ਜਾਵੇ, ਤੈਨਾਂ ਸੁਣਾ ਜਾਵੇ, ਤੈਨੂੰ ਤਾਂ ਤੇ ਮੁਬਾਰਕ ਹੈ ਜੇ ਪਿਆਰੇ ਪ੍ਰਭੂ ਯਿਸੂ ਮਸੀਹ। ਸਾਰਾ ਦਿਨ ਸਾਡੇ ਨਾਲ ਉੱਠਣਾ ਬੈਠਣਾ ਬੋਲਚਾਲ ਸਭ ਕੁਛ ਤੇਰੀ ਮਰਜ਼ੀ ਹੋਵੇ। ਤੇਰੇ ਬੱਚਿਆਂ ਨੂੰ ਬਹੁਤ ਬਰਕਤ ਹੋਵੇ। ਦੁਆ ਅਸੀਂ ਇਸ ਨਾਲ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੇਰੇ ਸੰਤ ਬੱਚਿਆਂ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਇੱਕ ਨਾਲ ਸਦਾ ਤੇਰੀ ਕਿਰਪਾ ਹੁੰਦੀ ਰਹੇ।